ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਾਂ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪਹਿ ਏਕ ਆਪ ਬਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾੜੈ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਨਿਤਾ ਪ੍ਰਤੀ ਦੇ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਆਸਾ ਕੀ ਵਾਰ ਪਾਵਨ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦੇ ਸਦਕਾ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਤਰਸ ਕਰਨ ਇਸੇ ਪ੍ਰਕਾਰ ਸਾਨੂੰ ਆਪਣੇ ਦਰ ਘਰ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ਣ। ਆਓ ਸਾਧ ਸੰਗਤ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰੀਏ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ, ਇਸ ਬਾਣੀ ਦਾ ਜਾਪ ਬਹੁਤਾਤ ਸੰਗਤਾਂ ਕਰਦੀਆਂ ਨੇ। ਆਓ ਅੱਜ 22 ਨੰਬਰ ਅਸ਼ਟਪਦੀ ਜਿਸ ਦੀ ਵਿਚਾਰ ਅੱਜ ਆਰੰਭ ਹੋਣੀ ਹੈ, ਆਓ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਕਰੋ ਕਿਰਪਾ ਸਾਰੇ ਦਾਸ ਨੂੰ ਅਸੀਸ ਬਖਸ਼ਿਸ਼ ਕਰੋ। ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਸੁਖਮਣੀ ਸਾਹਿਬ ਜੀ ਦੀ
22 ਨੰਬਰ ਅਸ਼ਟਪਦੀ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਮਹਿਮਾ ਨੂੰ ਬਿਆਨ ਕੀਤਾ ਹੈ ਅਤੇ ਇਹ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਾਇਆ ਹੈ ਕਿ ਸਾਰੀ ਖਲਕਤ ਨੂੰ ਸਾਜਣ ਵਾਲਾ, ਸਭ ਜੀਵਾਂ ਨੂੰ ਪੈਦਾ ਕਰਨ ਵਾਲਾ, ਸਭਨਾਂ ਨੂੰ ਸੰਭਾਲਣ ਵਾਲਾ ਅਤੇ ਸਭਨਾਂ ਜੀਵਾਂ ਦਾ ਅੰਤ ਕਰਨ ਵਾਲਾ ਕੋਈ ਦੂਜਾ ਤੀਜਾ ਨਹੀਂ, ਸਗੋਂ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ ਅਤੇ ਹੋਰ ਦੂਜੇ ਕਿਸੇ ਕੋਲ ਕੋਈ ਪਾਵਰ, ਕੋਈ ਸ਼ਕਤੀ, ਕੋਈ ਸੱਤਾ ਤਾਕਤ ਨਹੀਂ। ਭਾਵੇਂ ਹਿੰਦੁਸਤਾਨ ਦੀ ਧਰਤੀ ਤੇ ਬੜੇ ਲੰਬੇ ਸਮੇਂ ਤੋਂ ਵੱਖ-ਵੱਖ ਢੰਗ ਦੇ ਨਾਲ ਇਹ ਪ੍ਰਚਾਰ ਚੱਲਦਾ ਰਿਹਾ ਕਿ ਜੀਵਾਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ, ਰਿਜ਼ਕ ਦੇਣ ਵਾਲਾ ਹੋਰ ਹੈ, ਮਾਰਨ ਵਾਲਾ ਹੋਰ ਹੈ। ਤੇ ਜਦੋਂ ਆਪਾਂ ਸਨਾਤਨ ਧਰਮ ਦੀ ਸਮੁੱਚੀ ਵਿਚਾਰਧਾਰਾ ਦਾ ਅਧਿਐਨ ਕਰਾਂਗੇ ਤਾਂ ਬਹੁਤ ਸਾਰੇ ਦੇਵੀ ਦੇਵਤੇ ਜਿਹੜੇ ਸਨ ਉਹ ਮੰਨੇ ਗਏ ਅਤੇ ਇਹ ਵਿਚਾਰਧਾਰਾ ਚੱਲ ਰਹੀ ਸੀ ਕਿ ਜੇ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤੁਸੀਂ ਤੇ ਆਹ ਦੇਵਤੇ ਦੀ ਅਰਾਧਨਾ ਕਰੋ, ਜੇ ਤੁਹਾਨੂੰ ਧਨ ਚਾਹੀਦਾ ਹੈ ਇਸ ਦੇਵਤੇ ਨੂੰ ਅਰਾਧੋ, ਜੇ ਤੁਹਾਨੂੰ ਬਲ ਸ਼ਕਤੀ ਚਾਹੀਦੀ ਹੈ ਤਾਂ ਇਸ ਦੇਵੀ ਦੀ ਅਰਾਧਨਾ ਕਰੋ, ਜੇ ਤੁਹਾਨੂੰ ਹੋਰ ਕੋਈ ਕਾਮਨਾ ਦੀ ਪੂਰਤੀ ਕਰਨੀ ਇਸ ਦੇਵਤੇ ਨੂੰ ਅਰਾਧੋ। ਬਹੁਤ ਜ਼ਿਆਦਾ ਅਵਤਾਰਵਾਦ ਤੇ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਅਰਾਧਨਾ ਦੇ ਵਿੱਚ ਲੋਕ ਜੁੜੇ ਹੋਏ ਸਨ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਗਤ ਸਾਹਿਬਾਨਾਂ ਨੇ ਨਹੀਂ ਇਸ ਅਟਲ ਸਚਾਈ ਨੂੰ ਜਾਣ ਲਿਆ ਸੀ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਕਰਤਾ ਪੁਰਖ ਇੱਕ ਹੀ ਹੈ। ਜਦੋਂ ਆਪਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਮੈਂ ਵੱਖ-ਵੱਖ ਤਰ੍ਹਾਂ ਦੀ ਪੂਜਾ ਪ੍ਰਤਿਸ਼ਠਾ ਵਿੱਚੋਂ ਬਾਹਰ ਨਿਕਲ ਕੇ ਅਵਤਾਰਵਾਦ ਜੋ ਸੀ, ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਅਰਾਧਨਾ ਦੀ ਗੱਲ, ਉਸ ਸਾਰੀ ਚੀਜ਼ ਵਿੱਚੋਂ ਬਾਹਰ ਨਿਕਲ ਕੇ ਇਸ ਗੱਲ ਨੂੰ ਸਮਝਿਆ ਕਿ ਸਾਰੇ ਸੁੱਖਾਂ ਦਾ ਦਾਤਾ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਕਹਿੰਦੇ ਲੋਕਾਂ ਨੇ ਮੇਰੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕਾਂ ਕਾਹੇ ਦੁੱਖ ਮਾਨਿਆ। ਕਹਿੰਦੇ ਲੋਕ ਜਿਹੜੇ ਸਨ ਉਹ ਕਬੀਰ ਸਾਹਿਬ ਨਾਲ ਈਰਖਾ ਕਰਨ ਲੱਗ ਪਏ। ਲੋਕ ਦੁਖੀ ਹੋ ਗਏ ਕਿਉਂਕਿ ਕਬੀਰ ਸਾਹਿਬ ਨੇ ਇੱਕ ਦੀ ਗੱਲ ਕੀਤੀ। ਜੇ ਭਗਤ ਨਾਮਦੇਵ ਦੀ ਆਪਾਂ ਪਾਵਨ ਬਾਣੀ ਪੜ੍ਹਦੇ ਆ, ਭਗਤ ਨਾਮਦੇਵ ਜੀ ਦੇ ਨਾਲ ਵੀ ਇਸੇ ਕਰਕੇ ਲੋਕਾਂ ਦੀ ਈਰਖਾ ਵੱਧ ਗਈ ਕਿ ਭਗਤ ਨਾਮਦੇਵ ਜੀ ਵੀ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਗੱਲ ਕਰਦੇ ਨੇ। ਉਹਨਾਂ ਨੇ ਵੀ ਆਪਣੀ ਪਾਵਨ ਬਾਣੀ ਦੇ ਵਿੱਚ ਇਹ ਗੱਲ ਕਹਿ ਦਿੱਤੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸੂਤ ਇੱਕ ਜੈਸੇ, ਕਹਿੰਦੇ ਜਿਵੇਂ ਇੱਕ ਸੂਤ ਦੇ ਵਿੱਚ ਸੂਤ ਇੱਕ ਮਨ ਸੰਤ ਸੰਸ ਜੈਸੇ, ਕਹਿੰਦੇ ਮਣਕੇ ਜਿੰਨੇ ਮਰਜ਼ੀ ਹੋਣ ਉਹਨਾਂ ਸਾਰੇ ਮਣਕਿਆਂ ਦੇ ਵਿੱਚ ਸੂਤਰ ਇੱਕ ਹੀ ਹੁੰਦਾ ਹੈ ਤੇ ਮਾਲਾ ਬਣ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਜੀਵ ਭਾਵੇਂ ਅਣਗਿਣਤ ਨੇ ਪਰ ਸਾਰਿਆਂ ਦੇ ਅੰਦਰ ਉਹ ਵਾਹਿਗੁਰੂ ਆਪ ਵਰਤ ਰਿਹਾ ਹੈ। ਆਪਣੇ ਸੂਤਰ ਦੇ ਵਿੱਚ ਉਹਨੇ ਸਾਰਿਆਂ ਨੂੰ ਪਰੋਤਾ ਹੋਇਆ। ਜਦੋਂ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਗੱਲ ਕੀਤੀ ਤੇ ਭਗਤ ਨਾਮਦੇਵ ਜੀ ਦਾ ਵੀ ਵਿਰੋਧ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਇਹ ਵੀ ਵਿਚਾਰਧਾਰਾ ਜੋ ਪ੍ਰਾਤਨ ਚੱਲੀ ਆ ਰਹੀ, ਕਹਿੰਦੇ ਇਹ ਉਲਟ ਜਾ ਕੇ ਗੱਲਾਂ ਕਰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ
ਉਹਨਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਤੇ ਸਤਿਗੁਰੂ ਜੀ ਨੇ ਵੀ ਗੱਲ ਇੱਕ ਤੋਂ ਸ਼ੁਰੂ ਕੀਤੀ। ਇੱਕ ਓੰਕਾਰ। ਕਹਿੰਦੇ ਭਾਈ ਅਕਾਲ ਪੁਰਖ ਪਰਮੇਸ਼ਰ ਇੱਕ ਹੈ। ਤੇ ਇਹ ਖਿਆਲ ਮਨ ਵਿੱਚ ਕਿਤੇ ਸਾਡੇ ਕਈ ਵਾਰੀ ਆ ਵੀ ਜਾਂਦਾ ਵੀ ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਇੱਕ ਹੀ ਨੇ, ਸਿੰਗਲ ਹੀ ਨੇ। ਸਾਹਿਬ ਜੀ ਕਹਿੰਦੇ ਵੀ ਉਹ ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਵੀ ਨਹੀਂ। ਇੱਕ ਓੰਕਾਰ। ਓੰਕਾਰ ਤੋਂ ਭਾਵ ਅਦੁੱਤੀ ਹੈ, ਜਿਹਦੇ ਵਰਗੀ ਦੂਜੀ ਕੋਈ ਚੀਜ਼ ਨਾ ਹੋਵੇ। ਤੇ ਕਾਰ ਤੋਂ ਭਾਵ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਸਾਰਿਆਂ ਦੇ ਵਿੱਚ। ਕਾਰ ਦਾ ਭਾਵ ਇੱਕ ਰਸ ਨਿਰੰਤਰ, ਉਹ ਸਭਨਾਂ ਦੇ ਵਿੱਚ ਸਮਾਇਆ ਹੋਇਆ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓੰਕਾਰ ਦੀ ਗੱਲ ਕਹੀ ਤੇ ਉਸ ਵੇਲੇ ਇਹ ਗੱਲ ਕੁਦਰਤੀ ਸੀ ਕਿ ਜਿੰਨਾ ਵੀ ਉਸ ਸਮੇਂ ਅਵਤਾਰਵਾਦ ਦੀ ਪੂਜਾ ਹੋ ਰਹੀ ਸੀ, ਵੱਖ-ਵੱਖ ਤਰ੍ਹਾਂ ਦੀ ਮਨੌਤਾਂ ਸਨ, ਉਹ ਸਾਰੀਆਂ ਮਨੌਤਾਂ ਦਾ ਖੰਡਨ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਬੜੀ ਦਲੀਲ ਦੇ ਨਾਲ ਗੱਲ ਕਹੀ। ਜਿੱਥੇ ਲੋਕ ਮੰਨਦੇ ਸਨ, ਇਹ ਵਿਚਾਰਧਾਰਾ ਲੋਕ ਮੰਨ ਰਹੇ ਸਨ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਵਿਚਾਰਧਾਰਾ ਲੋਕਾਂ ਦੀ ਹੈ, ਪੁਰਾਤਨ ਸਮੇਂ ਤੋਂ ਲੋਕ ਮੰਨ ਰਹੇ ਨੇ। ਪਰ ਗੁਰੂ ਸਾਹਿਬ ਕੀ ਕਹਿੰਦੇ, ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ। ਤੋ ਜਿਹੜੀ ਵਿਚਾਰਧਾਰਾ ਬੜੇ ਲੰਬੇ ਸਮੇਂ ਤੋਂ ਲੋਕ ਮੰਨ ਰਹੇ ਸਨ, ਵਿਸ਼ਵਾਸ ਕਰ ਰਹੇ ਸਨ, ਗੁਰੂ ਸਾਹਿਬ ਜੀ ਨੇ ਆਖਿਆ ਭਾਈ ਅਸਲ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਸੁਖ ਸ਼ਕਤੀ ਐਸ਼ਵਰਜ ਦੇ ਦੇਵਤੇ ਮੰਨੀ ਬੈਠੇ ਹੋ, ਉਹ ਵੀ ਪਰਮਾਤਮਾ ਦੀ ਹੀ ਕਿਰਤ ਹੈ। ਆਪਣੇ ਆਪ ਸਮੇਂ ਨਾਲ ਆਏ, ਆਪਣਾ ਆਪਣਾ ਸਮਾਂ ਬਤੀਤ ਕਰਕੇ ਉਹ ਵੀ ਦੁਨੀਆ ਤੋਂ ਚਲੇ ਗਏ। ਇਸ ਕਰਕੇ ਜੇ ਸੁੱਖ ਚਾਹੁੰਦੇ ਹੋ, ਆਨੰਦ ਚਾਹੁੰਦੇ ਹੋ, ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦੇ ਹੋ, ਤੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕਰੋ। ਕਿਸੇ ਮਨੁੱਖ ਦੀ ਨਹੀਂ, ਕਿਸੇ ਜੜ ਵਸਤੂ ਦੀ ਨਹੀਂ। ਪਰ ਆਪਾਂ ਵੇਖਦੇ ਹਾਂ ਖਾਸ ਕਰਕੇ ਹਿੰਦੁਸਤਾਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੀ ਪੂਜਾ ਹੁੰਦੀ ਹੈ। ਹਿੰਦੁਸਤਾਨ ਦੇ ਵਿੱਚ ਗਧਿਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਹਿੰਦੁਸਤਾਨ ਦੇ ਵਿੱਚ ਦਰਖਤ ਵੀ ਪੂਜੇ ਜਾਂਦੇ ਨੇ। ਕੋਈ ਚੀਜ਼ ਛੱਡੀ ਨਹੀਂ ਜਿਹਦੀ ਪੂਜਾ ਨਹੀਂ ਕਰਵਾਈ ਪੁਜਾਰੀਆਂ ਨੇ। ਹਰ ਇੱਕ ਚੀਜ਼ ਦੀ ਪੂਜਾ ਵਿੱਚ ਲਾ ਦਿੱਤਾ। ਇੱਥੋਂ ਤੱਕ ਜਿਹੜੇ ਪ੍ਰਾਣੀ ਮਰ ਚੁੱਕੇ ਨੇ ਉਹਨਾਂ ਦੀ ਪੂਜਾ ਵਿੱਚ ਲਾਇਆ ਹੋਇਆ ਹੈ ਵੀ ਉਹਨਾਂ ਦੀ ਪੂਜਾ ਕਰੋ। ਉਹਨਾਂ ਦੀਆਂ ਕਬਰਾਂ ਬਣਾਈਆਂ ਗਈਆਂ, ਉਹਨਾਂ ਦੀਆਂ ਕਬਰਾਂ ਪੂਜੀਆਂ ਜਾ ਰਹੀਆਂ ਨੇ। ਇਹ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਖਤਮ ਕੀਤੀ। ਤੇ ਭਗਤਾਂ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਪੂਜੋ RAM ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਹਿੰਦੇ ਪੂਜਣ ਯੋਗ ਅਕਾਲ ਪੁਰਖ ਪਰਮੇਸ਼ਰ ਹੈ, ਹੋਰ ਕੋਈ ਚੀਜ਼ ਨਹੀਂ। ਤੇ ਜਿਹੜੇ ਮਨੁੱਖ ਇਸ ਕਰਕੇ ਵੀ ਫਲਾਣੇ ਥਾਂ ਤੇ ਜਾ ਕੇ ਮੱਥਾ ਟੇਕੀਏ, ਫਲਾਣੀ ਕਬਰ ਤੇ ਜਾ ਕੇ ਮੱਥਾ ਟੇਕੀਏ, ਸ਼ਾਇਦ ਸੁੱਖ ਆਰਾਮ ਮਿਲ ਜਾਣ। ਕਈ ਵਾਰ ਇਉਂ ਵੀ ਹੁੰਦਾ ਹੈ, ਇਸ ਤਰ੍ਹਾਂ ਵਾਪਰਦਾ ਕਈ ਵਾਰ। ਜਿਨ੍ਹਾਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ ਨਾ, ਉਹ ਆਪ ਬੜੇ ਦੁਖੀ ਹੋ ਕੇ ਸੰਸਾਰ ਤੋਂ ਗਏ। ਉਹਨਾਂ ਦੇ ਆਪਣੇ ਕੋਈ ਔਲਾਦ ਨਹੀਂ ਸੀ। ਤੇ ਸਾਡੇ ਕਈ ਭੁੱਲੇ ਲੋਕ ਵਿਚਾਰੇ ਔਲਾਦ ਦੀ ਖਾਤਰ ਉਹਨਾਂ ਦੇ ਕੋਲੋਂ ਜਾ ਜਾ ਕੇ ਮੰਗਦੇ ਨੇ। ਤੇ ਬੜਾ ਸੋਹਣਾ ਇੱਕ ਬਚਨ ਮਿਲਦਾ ਹੈ, ਦਾਦੂ ਦੁਨੀਆ ਬਾਬਰੀ ਮੜੀਆਂ ਪੂਜੇ ਊਤ, ਜਿਹੜੇ ਗਏ ਜਹਾਨੋਂ ਔਂਤਰੇ ਤੁਹਾਨੂੰ ਕਿਵੇਂ ਦੇਣਗੇ ਪੂਤ। ਕਹਿੰਦੇ ਲੋਕ ਕਿੰਨੇ ਭੁਲੇਖੇ ਵਿੱਚ ਨੇ, ਜਿਹੜੇ ਆਪ ਔਂਤਰੇ ਮਰ ਗਏ, ਜਿਨ੍ਹਾਂ ਦੇ ਆਪਣੇ ਔਲਾਦ ਨਹੀਂ ਹੋਈ, ਤੁਹਾਨੂੰ ਕਿੱਥੋਂ ਔਲਾਦ ਦੇ ਦੇਣਗੇ।
ਪਰ ਭਰਮਾਂ ਦੇ ਵਸ ਲੋਕ ਤਰ੍ਹਾਂ ਤਰ੍ਹਾਂ ਦੀ ਪੂਜਾ ਤੇ ਕਰਮ ਕਾਂਡਾਂ ਵਿੱਚ ਜੁੜੇ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਗੱਲ ਕੀਤੀ ਤੇ ਬਹੁਤੇ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਬਾਬਾ ਨਾਨਕ ਜੀ ਦਾ ਵੀ ਵਿਰੋਧ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਤੁਸੀਂ ਇੱਕ ਦੀ ਗੱਲ ਕਰਦੇ ਹੋ, ਇਹ ਗੱਲ ਸਾਨੂੰ ਮੁਆਫਕ ਨਹੀਂ ਹੈ, ਸਾਨੂੰ ਚੰਗੀ ਨਹੀਂ ਲੱਗੀ ਭਾਈ ਨਹੀਂ। ਤੇ ਮਹਾਰਾਜ ਕਹਿੰਦੇ ਵੀ ਠੀਕ ਹੈ, ਤੁਹਾਨੂੰ ਨਹੀਂ ਚੰਗੀ ਲੱਗਦੀ ਕੋਈ ਗੱਲ ਨਹੀਂ, ਪਰ ਸੱਚ ਤਾਂ ਇਹ ਹੈ ਸਭਨਾ ਜੀਆਂ ਕਾ ਇੱਕ ਦਾਤਾ। ਦਾਤਾ ਇੱਕੋ ਹੀ ਹੈ ਬਸ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿਨ ਦੇ ਟੋਟ ਨਾ ਆਵੇ ਗੰਤ ਭਰੇ ਭੰਡਾਰ। ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹੇ। ਕਹਿੰਦੇ ਹੋਰ ਕੋਈ ਦਾਤਾ ਨਹੀਂ ਹੈ, ਹੋਰ ਕਿਸੇ ਕੋਲ ਕੋਈ ਤਾਕਤ ਨਹੀਂ ਹੈ ਕਿਸੇ ਨੂੰ ਕੁਝ ਦੇ ਸਕੇ, ਕਿਸੇ ਨੂੰ ਮਾਰ ਸਕੇ, ਕਿਸੇ ਨੂੰ ਪੈਦਾ ਕਰ ਸਕੇ। ਇਹ ਸਾਰੀ ਸਮਰੱਥਾ ਪਰਮੇਸ਼ਰ ਦੇ ਹੱਥ ਵਿੱਚ ਹੈ, ਸਾਰੀ ਤਾਕਤ ਉਹਦੇ ਹੱਥ ਵਿੱਚ ਹੈ। ਇਸ ਕਰਕੇ ਸਰਬ ਸੁੱਖਾਂ ਦਾ ਦਾਤਾ ਉਹ ਅਕਾਲ ਪੁਰਖ ਪਰਮੇਸ਼ਰ ਹੈ। ਉਹਦੇ ਚਰਨਾਂ ਦੇ ਨਾਲ ਜੁੜੀਏ, ਉਹਦੀ ਯਾਦ ਵਿੱਚ ਜੁੜੀਏ ਤੇ ਜੀਵਨ ਵਿੱਚ ਸਦੀਵੀ ਆਨੰਦ ਬਣਿਆ ਰਹੇਗਾ। ਮਹਾਰਾਜ ਇਸ 22 ਨੰਬਰ ਅਸ਼ਟਪਦੀ ਦੇ ਸ਼ਲੋਕ ਦੇ ਵਿੱਚ ਕਿਰਪਾ ਕਰਦੇ। ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ। ਵਰਤਨਹਾਰ ਤੋਂ ਭਾਵ ਹੈ ਵਰਤ ਰਿਹਾ ਹੈ, ਸਭਨਾਂ ਵਿੱਚ ਸਮਾਇਆ ਹੋਇਆ ਹੈ। ਹੁਣ ਇਹ ਬੜੀ ਵਿਲੱਖਣ ਗੱਲ ਹੈ ਜੋ ਆਪਾਂ ਪਿਛਲੀ ਅਸ਼ਟਪਦੀ ਵਿੱਚ ਵੀ ਸਮਝੀ ਸੀ ਕਿ ਨਿਰਗੁਣ ਰੂਪ ਕਰਕੇ ਵਾਹਿਗੁਰੂ ਦਾ ਕੋਈ ਸਰੂਪ ਨਹੀਂ, ਕੋਈ ਚੱਕਰ ਚਿਹਨ ਨਹੀਂ, ਪਰ ਸਰਗੁਣ ਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ, ਆਪ ਹੀ ਵਿਆਪਕ ਹੈ, ਆਪ ਹੀ ਵਰਤ ਰਿਹਾ ਹੈ। ਸਾਡੇ ਸਭਨਾਂ ਵਿੱਚ ਵਾਹਿਗੁਰੂ ਆਪ ਵਰਤ ਰਿਹਾ ਹੈ। ਤੇ ਜਦੋਂ ਉਹ ਆਪਣੀ ਜੋਤ ਸਰੀਰ ਦੇ ਵਿੱਚੋਂ ਕੱਢ ਲੈਂਦਾ ਹੈ, ਕੋਈ ਜਿੱਡਾ ਮਰਜ਼ੀ ਵੱਡਾ ਆਪਣੇ ਆਪ ਨੂੰ ਖੱਬੀ ਖਾਂ ਕਹੀ ਜਾਏ, ਜਦੋਂ ਉਹਨੇ ਆਪਣੀ ਜੋਤ ਵਿੱਚੋਂ ਕੱਢ ਲਈ ਨਾ, ਕੋਈ ਆਪਣਾ ਹੱਥ ਤੱਕ ਨਹੀਂ ਹਿਲਾ ਸਕਦਾ ਆਪਣੇ ਆਪ। ਸਾਡੇ ਵਿੱਚ ਵਰਤ ਰਿਹਾ ਹੈ ਤੇ ਤਾਂ ਅਸੀਂ ਬੋਲਦੇ ਹਾਂ, ਤਾਂ ਸੁਣਦੇ ਹਾਂ, ਦੇਖਦੇ ਹਾਂ, ਚੱਲਦੇ ਹਾਂ, ਖਾਂਦੇ ਹਾਂ, ਪੀਣਦੇ ਹਾਂ, ਸਾਰੀ ਸਰੀਰਕ ਕਿਰਿਆ ਹੋ ਰਹੀ ਹੈ। ਤੇ ਜਿਸ ਦਿਨ ਆਪਣੀ ਜੋਤ ਵਿੱਚੋਂ ਕੱਢ ਲੈਂਦਾ, ਆਪਣੀ ਤਾਕਤ ਸੱਤਾ ਖਿੱਚ ਲੈਂਦਾ ਹੈ ਨਾ, ਉਸ ਦਿਨ ਇਹ ਸਰੀਰ ਸਾਧ ਸੰਗਤ ਮਿੱਟੀ ਦੀ ਢੇਰੀ ਬਣ ਜਾਂਦਾ ਹੈ। ਲੋਕ ਇਹਦੇ ਨੇੜੇ ਨਹੀਂ ਖੜਦੇ। ਇਹ ਖੇਡ ਉਨੀ ਦੇਰ ਜਿੰਨੀ ਦੇਰ ਆਪ ਵਿੱਚ ਵਰਤ ਰਿਹਾ ਹੈ। ਤੇ ਮਹਾਰਾਜ ਕਹਿੰਦੇ ਨੇ ਜੀ ਜੰਤ ਕੇ ਠਾਕੁਰਾ। ਜੀ ਜੰਤ, ਜੰਤ ਕਹਿੰਦੇ ਬਹੁਤ ਛੋਟੇ ਛੋਟੇ ਜੀਵ। ਹੁਣ ਸਾਨੂੰ ਕੁਝ ਜੀਵ ਤੇ ਅੱਖਾਂ ਦੇ ਨਾਲ ਦਿਸਦੇ ਨੇ, ਕਈ ਹਜ਼ਾਰਾਂ ਐਸੀਆਂ ਪ੍ਰਜਾਤੀਆਂ ਜਾਤੀਆਂ ਜਿਹੜੀਆਂ ਅਸੀਂ ਅੱਖਾਂ ਨਾਲ ਜੀਵਾਂ ਨੂੰ ਵੇਖ ਨਹੀਂ ਸਕਦੇ। ਉਹਨਾਂ ਨੂੰ ਦੇਖਣ ਦੇ ਲਈ ਮਾਈਕਰੋਸਕੋਪ ਖੁਰਦਬੀਨਾਂ ਦੀ ਲੋੜ ਪੈਂਦੀ ਹੈ। ਉਹਨਾਂ ਦੇ ਨਾਲ ਉਹ ਜੀਵ ਵੇਖੇ ਜਾਂਦੇ ਨੇ। ਕਈ ਜੀਵ ਐਸੇ ਨੇ ਜਿਨ੍ਹਾਂ ਦੇ ਵਿੱਚ ਕੇਵਲ ਇੱਕ ਹੀ ਸੈੱਲ ਹੈ, ਇੱਕ ਹੀ ਸੈੱਲ। ਹੁਣ ਮਨੁੱਖੀ ਸਰੀਰ ਤੇ ਅਰਬਾਂ ਖਰਬਾਂ ਸੈੱਲਾਂ ਦਾ ਬਣਿਆ ਹੋਇਆ। ਪਾਣੀ ਦੀ ਇੱਕ ਬੂੰਦ ਦੇ ਵਿੱਚ ਅਰਬਾਂ ਖਰਬਾਂ ਸੈੱਲ ਹਨ। ਕਈ ਜੀਵ ਐਸੇ ਨੇ ਜਿਹੜੇ ਇੱਕ ਇੱਕ ਸੈੱਲ ਨਾਲ ਬਣੇ ਨੇ। ਪੈਰਾਮੀਸ਼ੀਅਮ, ਅਮੀਬਾ ਵਰਗੇ ਜੀਵ ਜਿਹੜਾ ਇੱਕ ਹੀ ਸੈੱਲ ਦਾ ਬਣਿਆ ਹੋਇਆ। ਸਾਇੰਸ ਨੇ ਗੱਲਾਂ ਸਾਡੇ ਸਾਹਮਣੇ ਰੱਖੀਆਂ ਨੇ, ਜਿਹੜੇ ਖੁਰਦਬੀਨ ਦੀ ਮਦਦ ਦੇ ਨਾਲ ਵੇਖੇ ਜਾਂਦੇ ਨੇ। ਇਹੋ ਜਿਹੇ ਜੀਵ, ਉਹਨਾਂ ਵਿੱਚ ਵੀ ਜੀਵਨ ਹੈ, ਉਹਨਾਂ ਵਿੱਚ ਵੀ ਪਰਮੇਸ਼ਰ ਆਪ ਬੈਠਾ ਹੋਇਆ। ਵੇਖੋ ਜੀ ਜੰਤ, ਜੰਤ ਤੋਂ ਭਾਵ ਬੜੇ ਛੋਟੇ ਛੋਟੇ ਜੀਵ। ਜੀ ਜੰਤ ਕੇ ਠਾਕੁਰਾ। ਠਾਕੁਰ ਕਹਿੰਦੇ ਮਾਲਕ ਨੂੰ, ਖਸਮ ਨੂੰ। ਕਹਿੰਦੇ ਤੁਸੀਂ ਸਾਰਿਆਂ ਦੇ ਖਸਮ ਹੋ, ਮਾਲਕ ਹੋ। ਆਪੇ ਵਰਤਨਹਾਰ, ਸਾਰਿਆਂ ਦੇ ਵਿੱਚ ਆਪੇ ਵਰਤ ਰਹੇ ਹੋ। ਨਾਨਕ ਏਕੋ ਪਸਰਿਆ,
ਤੇ ਗੁਰੂ ਨਾਨਕ ਸਾਹਿਬ ਜੀ ਪੰਜਵੇਂ ਸਰੂਪ ਦੇ ਵਿੱਚ ਕਹਿੰਦੇ ਨੇ ਇੱਕੋ। ਦੋ ਤਿੰਨ ਦੀ ਗੱਲ ਨਹੀਂ ਕੀਤੀ, ਕਹਿੰਦੇ ਇੱਕੋ। ਪਸਰਿਆ ਤੋਂ ਭਾਵ ਸਾਰਾ ਪਸਾਰਾ ਉਸ ਇੱਕ ਵਾਹਿਗੁਰੂ ਦਾ ਹੀ ਹੈ। ਦੂਜਾ ਕਹਾਂ ਦ੍ਰਿਸ਼ਟਾਰ, ਕਹਿੰਦੇ ਦੂਜਾ ਤੇ ਕਿਤੇ ਨਜ਼ਰ ਵੀ ਨਹੀਂ ਆਉਂਦਾ, ਦੂਜਾ ਤੇ ਕਿਤੇ ਨਜ਼ਰ ਵੀ ਨਹੀਂ ਆਉਂਦਾ। ਦ੍ਰਿਸ਼ਟਾਰ ਦਾ ਭਾਵ ਨਜ਼ਰੀ ਪੈਣਾ। ਕਹਿੰਦੇ ਬਸ ਸਾਰਾ ਪਸਾਰਾ ਇੱਕ ਦਾ ਹੀ ਹੈ, ਦੂਜਾ ਕਿਤੇ ਨਜ਼ਰ ਵੀ ਨਹੀਂ ਆ ਰਿਹਾ। ਹੁਣ ਇਸ ਅਟਲ ਸਚਾਈ ਨੇ ਜਿੰਨੀਆਂ ਵੀ ਵੱਖ-ਵੱਖ ਮਨੌਤਾਂ ਸਨ ਸਾਰੀਆਂ ਦਾ ਭੋਗ ਪਾ ਕੇ ਰੱਖ ਦਿੱਤਾ। ਇਹ ਗੱਲ ਸਮਝਾ ਦਿੱਤੀ ਕਿ ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਵਸ ਰਿਹਾ ਹੈ। ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਹੋਰ ਸਾਰੇ ਜੀਵਾਂ ਦੇ ਵਿੱਚ ਹੈ। ਪਰ ਸਵਾਲ ਇਹ ਬੜਾ ਵੱਡਾ ਹੈ ਕਿ ਬੈਠਾ ਸਭਨਾਂ ਦੇ ਵਿੱਚ ਹੈ, ਵਸ ਸਾਰਿਆਂ ਵਿੱਚ ਹੀ ਰਿਹਾ ਹੈ, ਪਰ ਸਾਨੂੰ ਨਜ਼ਰ ਨਹੀਂ ਆ ਰਿਹਾ। ਉਹ ਸਭਨਾਂ ਨੂੰ ਵੇਖ ਰਿਹਾ ਹੈ, ਉਹ ਵੇਖਿਆ ਹੈ, ਉਹ ਸਾਰਿਆਂ ਨੂੰ ਵੇਖਦਾ ਹੈ, ਪਰ ਸਾਨੂੰ ਉਹ ਨਜ਼ਰ ਨਹੀਂ ਆਉਂਦਾ। ਹੁਣ ਇਸ ਅਸ਼ਟਪਦੀ ਦੇ ਪਹਿਲੇ ਪਦੇ ਦੇ ਵਿੱਚ ਮਹਾਰਾਜ ਕਹਿੰਦੇ ਵੀ ਕਿਹੜੇ ਕਿਹੜੇ ਮਨੁੱਖ ਹਨ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਤੇ ਫਿਰ ਉਹ ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਪਰਮੇਸ਼ਰ ਨੂੰ ਵੇਖਦੇ ਨੇ। ਤੇ ਇਹ ਗੱਲ ਬੜੀ ਕਮਾਲ ਦੀ ਹੈ ਕਿ ਜੇ ਸਾਰਿਆਂ ਦੇ ਵਿੱਚ ਹੀ ਵੇਖ ਲਈਏ, ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ। ਪਰ ਇਹ ਗੱਲ ਜੇ ਅਸੀਂ ਸੱਚੀ ਮੁੱਚੀ ਲਾਗੂ ਕਰ ਲਈਏ ਤੇ ਸਾਰੇ ਝਗੜੇ ਮੁੱਕ ਜਾਣਗੇ, ਸਾਰੇ ਝਮੇਲੇ ਖਤਮ ਹੋ ਜਾਣਗੇ। ਕਿਸੇ ਨਾਲ ਵੈਰ ਨਹੀਂ ਹੋਏਗਾ, ਨਫ਼ਰਤ ਨਹੀਂ ਹੋਏਗੀ, ਈਰਖਾ ਮਨ ਵਿੱਚ ਨਹੀਂ ਹੋਏਗੀ। ਜਦੋਂ ਅਸੀਂ ਜਾਣ ਲਵਾਂਗੇ ਕਿ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ, ਸਭਨਾਂ ਦੇ ਵਿੱਚ ਆਪ ਹੀ ਬੈਠਾ ਹੋਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਦੂਜਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਹੁਣ ਅਸ਼ਟਪਦੀ ਵਿੱਚ ਸਤਿਗੁਰੂ ਸਮਝਾਉਂਦੇ ਨੇ, ਆਪ ਕਥੈ ਆਪ ਸੁਣਨੈ ਹਾਰ। ਕਥੈ ਦਾ ਭਾਵ ਹੈ ਕਥਨਾ, ਕਹਿਣਾ, ਬੋਲਣਾ। ਕਹਿੰਦੇ ਬੋਲਦਾ ਵੀ ਆਪ ਹੈ ਤੇ ਸੁਣਦਾ ਵੀ ਆਪ ਹੈ। ਜੇ ਦਾਸ ਇੱਥੇ ਬੈਠਾ ਬੋਲ ਰਿਹਾ ਹੈ ਤੇ ਅੰਦਰ ਵਾਹਿਗੁਰੂ ਆਪ ਵਰਤ ਰਿਹਾ ਹੈ, ਤਾਂ ਹੀ ਮੈਂ ਬੋਲਣ ਦੀ ਕੋਸ਼ਿਸ਼ ਕਰਦਾ। ਉਹਦੀ ਕਿਰਪਾ ਤੋਂ ਬਗੈਰ, ਉਹਦੀ ਤਾਕਤ ਸੱਤਾ ਤੋਂ ਬਗੈਰ ਇੱਕ ਸ਼ਬਦ ਵੀ ਨਹੀਂ ਉਚਾਰਨ ਹੋ ਸਕਦਾ। ਤੇ ਤੁਸੀਂ ਸੁਣਨ ਵਾਲੇ ਸਰੋਤੇ ਗੁਰਮੁਖ ਜਨ ਸਾਰੇ ਬੈਠੇ ਹੋ, ਤੁਹਾਡੇ ਵਿੱਚ ਵੀ ਵਾਹਿਗੁਰੂ ਆਪ ਵਰਤ ਰਿਹਾ ਹੈ। ਭਾਵ ਬੋਲਦਾ ਵੀ ਆਪ ਹੈ, ਸੁਣਦਾ ਵੀ ਆਪ ਹੈ। ਬੋਲਣ ਵਾਲਿਆਂ ਵਿੱਚ ਵੀ ਬੈਠਾ, ਸੁਣਨ ਵਾਲੇ ਸਰੋਤੇ ਵਿੱਚ ਵੀ ਬੈਠਾ ਹੋਇਆ ਹੈ। ਆਪ ਹੀ ਬੋਲਦਾ ਹੈ, ਆਪ ਹੀ ਸੁਣ ਰਿਹਾ ਹੈ। ਤੇ ਮਹਾਰਾਜ ਕਹਿੰਦੇ ਆਪੈ ਏਕ ਆਪ ਬਿਸਥਾਰ। ਕਹਿੰਦੇ ਵਾਹਿਗੁਰੂ ਆਪ ਇੱਕ ਹੈ ਤੇ ਇੱਕ ਹੁੰਦਿਆਂ ਹੋਇਆਂ ਵੀ ਏਕ ਹੈ, ਅਨੇਕ ਹੈ। ਅਨੇਕਾਂ ਰੂਪ ਉਹਨੇ ਬਣਾ ਲਏ ਨੇ। ਇਹ ਬੜੀ ਕਮਾਲ ਦੀ ਗੱਲ ਹੈ। ਅਨੇਕਾਂ ਰੂਪਾਂ ਵਿੱਚ ਵਰਤਦਾ ਹੋਇਆ ਵੀ ਉਹ ਇੱਕ ਹੈ, ਇੱਕ ਹੁੰਦਾ ਹੋਇਆ ਉਹ ਅਨੇਕ ਹੈ। ਅਨੇਕਾਂ ਵਿੱਚ ਵਰਤਦਿਆਂ ਹੋਇਆਂ ਸਭਨਾਂ ਦੇ ਵਿੱਚ ਵਰਤ ਕੇ ਵੀ ਉਹ ਨਿਰਲੇਪ ਰਹਿੰਦਾ ਏ। ਕਿਸੇ ਚੀਜ਼ ਦੇ ਨਾਲ ਉਹਦੀ ਅਟੈਚਮੈਂਟ ਨਹੀਂ ਹੁੰਦੀ, ਨਿਰਲੇਪ ਹੈ। ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ ਪਰ ਉਹਦੇ ਖੰਭ ਕਦੇ ਭਿੱਜਦੇ ਨਹੀਂ, ਪਾਣੀ ਨਾਲ ਗਿੱਲੇ ਨਹੀਂ ਹੁੰਦੇ, ਨਿਰਲੇਪ ਰਹਿੰਦੀ, ਜਦੋਂ ਚਾਹੇ ਉਡਾਰੀ ਮਾਰ ਜਾਂਦੀ ਹੈ। ਅਕਾਲ ਪੁਰਖ ਪਰਮੇਸ਼ਰ ਇਸ ਸਰੀਰ ਰੂਪੀ ਢਾਂਚਿਆਂ ਦੇ ਵਿੱਚ ਆਪ ਉਹਦੀ ਜੋਤ ਟਿਕੀ ਹੋਈ, ਆਪ ਵਸਿਆ ਹੋਇਆ, ਪਰ ਉਹ ਨਿਰਲੇਪ ਹੈ। ਜਦੋਂ ਜੀ ਕਰੇ ਉਹ ਜੋਤ ਵਿੱਚੋਂ ਕੱਢ ਲੈਂਦਾ ਹੈ। ਭਾਵੇਂ ਕਿਸੇ ਸਰੀਰ ਵਿੱਚੋਂ 100 ਸਾਲ ਵਾਸਾ ਕਰਕੇ ਰਿਹਾ, 100 ਸਾਲ ਬਾਅਦ ਉਹਨੇ ਕਿਸੇ ਸਰੀਰ ਵਿੱਚੋਂ ਆਪਣੀ ਜੋਤ ਕੱਢਣੀ ਤਾਂ ਇੱਕ ਪਲ ਦੀ ਖੇਡ ਹੈ। ਅਸੀਂ ਕਿਸੇ ਘਰ ਵਿੱਚ ਰਹਿੰਦੇ ਹੋਈਏ ਨਾ ਤੇ ਘਰ ਛੱਡਣਾ ਪੈ ਜੇ, ਸਾਨੂੰ ਬੜਾ ਔਖਾ ਲੱਗਦਾ ਵੀ ਇੰਨਾ ਸਮਾਂ ਹੋ ਗਿਆ ਰਹਿੰਦਿਆਂ ਨੂੰ, ਕਿਵੇਂ ਛੱਡੀਏ, ਕਿਉਂਕਿ ਅਸੀਂ ਨਿਰਲੇਪ ਨਹੀਂ ਆ।
ਸਾਡੀ ਪਕੜ ਬਣ ਜਾਂਦੀ ਹੈ, ਮੋਹ ਪੈਦਾ ਹੋ ਜਾਂਦਾ ਹੈ। ਪਰ ਪਰਮੇਸ਼ਰ ਦਾ ਇਹ ਬਹੁਤ ਵੱਡਾ ਗੁਣ ਹੈ, ਸੁਭਾਅ ਹੈ, ਉਹ ਨਿਰਲੇਪ ਹੈ, ਕਿਸੇ ਚੀਜ਼ ਦੇ ਨਾਲ ਉਹਦਾ ਮੋਹ ਨਹੀਂ। ਇਸ ਕਰਕੇ 100 ਸਾਲ ਕਿਸੇ ਸਰੀਰ ਵਿੱਚ ਵਰਤਿਆ ਤੇ ਇੱਕ ਪਲ ਦੇ ਵਿੱਚ ਹੀ ਉਸ ਸਰੀਰ ਦੇ ਵਿੱਚੋਂ ਆਪਣੀ ਜੋਤ ਕੱਢ ਲੈਂਦਾ ਏ। ਕਹਿੰਦੇ ਇੱਕ ਹੁੰਦਿਆਂ ਹੋਇਆਂ ਵੀ ਆਪ ਵਿਸਥਾਰ, ਉਹਨੇ ਸਾਰਾ ਵਿਸਥਾਰ ਜਿਹੜਾ ਹੈ ਕੀਤਾ ਹੈ। ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਭਾਵੇ ਦਾ ਭਾਵ ਹੈ ਚੰਗਾ ਲੱਗੇ। ਕਹਿੰਦੇ ਜਦੋਂ ਉਹਨੂੰ ਭਾਉਂਦਾ ਚੰਗਾ ਲੱਗਦਾ ਏ। ਸ੍ਰਿਸ਼ਟ ਉਪਾਏ, ਉਹ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ, ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਇਹ ਸਾਰੀ ਸ੍ਰਿਸ਼ਟੀ ਉਹਨੇ ਸਾਜੀ ਹੈ, ਇਹ ਸਾਰਾ ਬ੍ਰਹਿਮੰਡ ਉਹਨੇ ਹੋਂਦ ਵਿੱਚ ਲਿਆਂਦਾ। ਜਦੋਂ ਉਹਨੂੰ ਭਾਇਆ ਚੰਗਾ ਲੱਗਿਆ, ਉਦੋਂ ਉਹਨੇ ਇਹ ਸਾਰੀ ਖੇਡ ਰਚ ਦਿੱਤੀ ਹੈ। ਪਤਾ ਨਹੀਂ ਕਿੰਨੇ ਸਾਲ, ਕਿਉਂਕਿ ਸਾਲ ਵੀ ਆਪਾਂ ਨਹੀਂ ਕਹਿ ਸਕਦੇ, ਉਦੋਂ ਸਮਾਂ ਹੀ ਨਹੀਂ ਹੈਗਾ ਸੀ। ਉਹ ਸੁੰਨ ਸਮਾਧੀ ਵਿੱਚ ਬੈਠਾ ਰਿਹਾ ਤੇ ਜਦੋਂ ਉਹਨੂੰ ਭਾਇਆ ਚੰਗਾ ਲੱਗਿਆ, ਉਹਨੇ ਖੇਡ ਵਰਤਾਈ, ਇਹ ਸਾਰੀ ਸ੍ਰਿਸ਼ਟੀ ਉਹਨੇ ਸਾਜੀ। ਤੇ ਸਤਿਗੁਰੂ ਕਹਿੰਦੇ ਨੇ ਆਪਣੇ ਭਾਣੇ ਲਏ ਸਮਾਏ। ਕਹਿੰਦੇ ਜਦੋਂ ਉਹਨੂੰ ਭਾਉਂਦਾ ਚੰਗਾ ਲੱਗਦਾ, ਜੀਵਾਂ ਨੂੰ ਪੈਦਾ ਕਰਦਾ ਏ। ਜਦੋਂ ਉਹਨੂੰ ਭਾਵੇ ਚੰਗਾ ਲੱਗੇ ਤੇ ਉਹ ਜੀਵਾਂ ਨੂੰ ਆਪਣੇ ਆਪ ਦੇ ਵਿੱਚ ਸਮਾ ਲੈਂਦਾ, ਸਮੇਟ ਲੈਂਦਾ ਹੈ। ਆਪਣੇ ਆਪ ਦੇ ਵਿੱਚ ਉਹ ਸਮੇਟ ਵੀ ਲੈਂਦਾ ਏ, ਜੀਵਾਂ ਨੂੰ ਪੈਦਾ ਵੀ ਕਰਦਾ ਏ ਤੇ ਜੀਵਾਂ ਦਾ ਅੰਤ ਵੀ ਕਰ ਦਿੰਦਾ ਏ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰੀ ਖੇਡ ਉਹਦੇ ਭਾਣੇ ਵਿੱਚ ਹੀ ਵਾਪਰਦੀ ਹੈ। ਜਨਮ ਵੀ ਭਾਣੇ ਵਿੱਚ ਹੈ, ਮੌਤ ਵੀ ਭਾਣਾ ਹੈ। ਪਰ ਅਸੀਂ ਕਦੇ ਜਨਮ ਦੇ ਸਮੇਂ ਨਹੀਂ ਕਿਹਾ ਵੀ ਭਾਣਾ ਵਾਪਰਿਆ ਹੈ, ਮੌਤ ਹੋ ਜਾਏ ਫਿਰ ਕਿਨੇ ਭਾਣਾ ਵਾਪਰ ਗਿਆ। ਪਰ ਮਹਾਰਾਜ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ। ਕਹਿੰਦੇ ਜਨਮ ਵੀ ਭਾਣਾ ਹੈ, ਮੌਤ ਵੀ ਭਾਣਾ ਹੈ। ਤੋ ਇਸ ਭਾਣੇ ਨੂੰ ਸਮਝਣਾ ਹੈ। ਜਿਹੜੇ ਇਸ ਭਾਣੇ ਨੂੰ ਸਮਝਦੇ ਨੇ ਵੀ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ, ਉਹ ਫਿਰ ਕਦੇ ਵੀ ਗਿਲਾ ਨਹੀਂ ਕਰਦੇ, ਕਦੇ ਵੀ ਰੱਬ ਨੂੰ ਉਲਾਮੇ ਨਹੀਂ ਦਿੰਦੇ। ਜਿਨ੍ਹਾਂ ਨੂੰ ਭਾਣੇ ਦੀ ਸਮਝ ਆ ਗਈ, ਉਹ ਭਾਣੇ ਨੂੰ ਫਿਰ ਮਿੱਠਾ ਕਰਕੇ ਮੰਨਦੇ ਹਨ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਭਿੰਨ ਕਹੀਏ ਵੱਖਰਾ। ਕਹਿੰਦੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਵਿੱਚ ਵਿਆਪਕ ਹੋ, ਕੋਈ ਵੀ ਚੀਜ਼ ਤੁਹਾਡੇ ਤੋਂ ਵੱਖਰੀ ਨਹੀਂ ਹੈ, ਬਾਹਰੀ ਨਹੀਂ ਹੈ। ਕਿਹੜੀ ਚੀਜ਼ ਹੈ ਜਿਹੜੀ ਵਿੱਚ ਪਰਮੇਸ਼ਰ ਦਾ ਵਾਸਾ ਨਹੀਂ ਹੈ, ਪਰਮੇਸ਼ਰ ਦੀ ਜੋਤ ਨਹੀਂ? ਕੋਈ ਵੀ ਐਸੀ ਥਾਂ ਨਹੀਂ, ਕੋਈ ਐਸੀ ਵਸਤੂ ਨਹੀਂ, ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਪਰਮੇਸ਼ਰ ਨੇ ਆਪਣੀ ਸੱਤਾ ਨਹੀਂ ਟਿਕਾਈ, ਆਪ ਨਹੀਂ ਬੈਠਾ ਹੋਇਆ। ਤੇ ਇਹ ਗੱਲ ਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਬਾਣੀ ਵਿੱਚ। ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਬਾਣੀ, ਘਟ ਘਟ ਮਾਧੋ ਜੀਆ, ਕਿਸੇ ਵੇਲੇ ਦਸਤੰਗੀਰ ਪੀਰ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਇਹ ਸਵਾਲ ਰੱਖ ਦਿੱਤੇ ਸਨ ਕਿ ਸਤਿਗੁਰੂ ਜੀ ਦੱਸੋ ਪਰਮੇਸ਼ਰ ਦਾ ਵਾਸਾ ਕਿੱਥੇ ਹੈ? ਤੇ ਮਹਾਰਾਜ ਨੇ ਆਖਿਆ ਸੀ ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ ਹੈ, ਲੱਕੜਾਂ ਦੇ ਵਿੱਚ ਅੱਗ ਸਮਾਈ ਹੋਈ ਹੈ, ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਵੀ ਸਭਨਾਂ ਦੇ ਵਿੱਚ ਸਮਾਇਆ ਹੋਇਆ ਹੈ। ਹੁਣ ਦੁੱਧ ਵਿੱਚ ਘਿਓ ਹੈ, ਸਮਾਇਆ ਹੋਇਆ ਹੈ, ਪਰ ਜੇ ਕੋਈ ਆਖੇ ਮੈਂ ਪ੍ਰਤੱਖ ਤੌਰ ਤੇ ਘਿਓ ਨੂੰ ਵੇਖਣਾ ਹੈ ਤਾਂ ਉਹਨੂੰ ਫਿਰ ਕੀ ਕਰਨਾ ਪਵੇਗਾ? ਦੁੱਧ ਨੂੰ ਗਰਮ ਕਰੇਗਾ, ਠੰਡਾ ਹੋਣ ਤੇ ਜਾਗ ਲਾਏਗਾ, ਫਿਰ ਰਿੜਕੇਗਾ, ਫਿਰ ਘਿਓ ਮੱਖਣ ਪ੍ਰਾਪਤ ਹੋਏਗਾ। ਇਸੇ ਤਰ੍ਹਾਂ ਪਰਮੇਸ਼ਰ ਦੀ ਜੋਤ ਸਭਨਾਂ ਦੇ ਵਿੱਚ ਹੈ। ਉਹਨੂੰ ਦੇਖਣ ਦੇ ਲਈ, ਉਹਨੂੰ ਪਰਖਣ ਦੇ ਲਈ, ਉਹਨੂੰ ਸਮਝਣ ਦੇ ਲਈ ਗੁਰੂ ਦੀ ਲੋੜ ਹੈ। ਗੁਰੂ ਸੋਝੀ ਕਰਵਾਉਂਦਾ ਹੈ, ਗੁਰੂ ਸਮਤ ਦਿੰਦਾ ਹੈ, ਗੁਰੂ ਉਹ ਨੇਤਰ ਬਖਸ਼ ਦਿੰਦਾ ਹੈ ਜਿਹਦੇ ਨਾਲ ਸਭਨਾਂ ਦੇ ਵਿੱਚ ਵਿਆਪਕ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਦਸਤੰਗੀਰ ਪੀਰ ਨੇ ਆਖਿਆ ਸੀ ਪਰਮੇਸ਼ਰ ਕਰਦਾ ਕੀ ਹੈ? ਤੇ ਮਹਾਰਾਜ ਕਹਿੰਦੇ ਸਾਰੇ ਕਾਰਜ ਉਹੀ ਕਰਦਾ, ਉਹਦੇ ਤੋਂ ਬਿਨਾਂ ਹੋਰ ਦੱਸ ਹੈ ਕਿਹੜਾ?
ਮਹਾਰਾਜ ਕਹਿੰਦੇ ਤੂੰ ਰਾਜ ਭਾਗ ਦੀ ਉੱਚੀ ਗੱਦੀ ਤੇ ਬੈਠਾ ਹੈ, ਬੜਾ ਵੱਡਾ ਉਹਦਾ ਤੇਰੇ ਕੋਲ ਹੈ, ਇਹ ਉਹਦਾ ਬਖਸ਼ਿਆ ਹੋਇਆ ਹੈ। ਜੇ ਪਲ ਵਿੱਚ ਚਾਹੇ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਉਹ ਇੱਕ ਪਲ ਦੇ ਵਿੱਚ ਰਾਜਿਆਂ ਨੂੰ ਘਾਹ ਖੋਤਣ ਵਾਲੇ ਘਾਈ ਬਣਾ ਦਿੰਦਾ, ਗਲੀਆਂ ਦੇ ਕੱਖਾਂ ਵਾਂਗੂ ਰੋਲ ਦਿੰਦਾ ਏ, ਮੰਗਦਿਆਂ ਨੂੰ ਕੋਈ ਭਿੱਖਿਆ ਨਹੀਂ ਦਿੰਦਾ, ਇਹੋ ਜਿਹੇ ਮੰਗਤੇ ਬਣਾ ਦਿੰਦਾ ਏ। ਕਹਿੰਦੇ ਸਾਰੀ ਖੇਡ ਉਹਦੇ ਹੱਥ ਵਿੱਚ ਹੈ। ਜੇ ਕੁਝ ਪ੍ਰਾਪਤੀ ਹੋਈ ਹੈ ਨਾ ਤੇ ਉਹਦੇ ਸ਼ੁਕਰ ਵਿੱਚ ਜੁੜ ਜਾਣਾ ਚਾਹੀਦਾ। ਤੇ ਕਹਿੰਦੇ ਫਿਰ ਤੁਸੀਂ ਕਹਿੰਦੇ ਹੋ ਇੱਕ ਹੈ, ਤੇ ਇੱਕ ਤੋਂ ਪਹਿਲਾਂ ਕੀ ਸੀ? ਸਾਹਿਬ ਕਹਿੰਦੇ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਇੱਕ ਤੋਂ ਪਹਿਲਾਂ ਜ਼ੀਰੋ ਹੁੰਦੀ ਹੈ ਤੇ ਜ਼ੀਰੋ ਦੀ ਕੋਈ ਵੈਲਿਊ ਨਹੀਂ। ਗੱਲ ਇੱਕ ਤੋਂ ਸ਼ੁਰੂ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਇੱਕ ਦੀ ਗੱਲ ਸਮਝਾਈ। ਕਹਿੰਦੇ ਇੱਕ ਤੋਂ ਬਿਨਾ ਭਿੰਨ ਵੱਖਰਾ ਕੁਝ ਵੀ ਨਹੀਂ। ਆਪਨ ਸੂਤ ਸਭ ਜਗਤ ਪਰੋਏ। ਕਹਿੰਦੇ ਜਿਵੇਂ ਮਾਲਾ ਦੇ ਮਣਕਿਆਂ ਦੇ ਵਿੱਚ ਇੱਕ ਸੂਤ ਹੁੰਦਾ ਹੈ, ਧਾਗਾ ਹੁੰਦਾ ਹੈ, ਤੇ ਉਹ ਸਾਰੀ ਮਾਲਾ ਬਣ ਜਾਂਦੀ ਹੈ। ਕਹਿੰਦੇ ਧਾਗੇ ਕਰਕੇ ਹੀ ਮਾਲਾ ਸੀ, ਜੇ ਧਾਗਾ ਵਿੱਚੋਂ ਕੱਢ ਦਈਏ ਤੇ ਕੋਈ ਇਹ ਨਹੀਂ ਕਹਿੰਦਾ ਵੀ ਮਾਲਾ ਹੈ, ਕੱਲਾ ਕੱਲਾ ਮਣਕਾ ਖਿੱਲਰ ਜਾਏਗਾ। ਇਸੇ ਪ੍ਰਕਾਰ ਹੁਕਮ ਰੂਪੀ ਸੂਤਰ ਦੇ ਵਿੱਚ ਸਾਰਿਆਂ ਨੂੰ ਪਰੋਤਾ ਹੋਇਆ, ਸਾਰੇ ਸੰਸਾਰ ਨੂੰ ਉਹ ਚਲਾਇਮਾਨ ਕਰ ਰਿਹਾ, ਵਿੱਚ ਵਰਤ ਰਿਹਾ। ਹੁਕਮ ਰੂਪੀ ਸੂਤਰ ਦੇ ਵਿੱਚ ਸਾਰਿਆਂ ਨੂੰ ਪਰੋਤਾ ਹੋਇਆ ਉਹਨੇ। ਹੁਣ ਇਹ ਸਾਰੀ ਗੱਲ ਬੜੇ ਧਿਆਨ ਦੇ ਨਾਲ ਸਮਝਣ ਵਾਲੀ ਹੈ, ਤੇ ਆਮ ਮਨੁੱਖ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ। ਇਸੇ ਕਰਕੇ ਉਹ ਈਰਖਾ ਦੇ ਵਿੱਚ, ਵੈਰ ਵਿਰੋਧ ਵਿੱਚ, ਵਿਤਕਰਿਆਂ ਵਿੱਚ ਪੈ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਜਾ ਕਉ ਪ੍ਰਭ ਜੀਓ ਆਪ ਬੁਝਾਏ। ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਆਪ ਸੋਝੀ ਦਿੰਦੇ ਨੇ, ਇਸ ਗੱਲ ਦੀ ਸਮਝ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਦਿੱਤੀ, ਕਹਿੰਦੇ ਉਹ ਫਿਰ ਕੀ ਕਰਦੇ ਨੇ? ਸੱਚ ਨਾਮ ਸੋਈ ਜਨ ਪਾਏ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਪਰਮੇਸ਼ਰ ਨੇ ਆਪ ਦੇ ਦਿੱਤੀ ਨਾ, ਉਹ ਫਿਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਈਰਖਾ, ਦਵੈਸ਼, ਵਿਤਕਰੇ ਛੱਡ ਕੇ ਉਹ ਅਕਾਲ ਪੁਰਖ ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ। ਸਿਮਰਨ ਦੇ ਵਿੱਚ ਸੱਚ ਨਾਮ ਸੋਈ ਜਨ ਪਾਏ, ਸੱਚੇ ਨਾਮ ਦੇ ਵਿੱਚ ਲੱਗ ਜਾਂਦੇ ਨੇ। ਉਹਨਾਂ ਨੂੰ ਸਮਝ ਆਉਂਦੀ ਹੈ ਕਿ ਜੇ ਵੈਰ ਕਰ ਰਹੇ ਤੇ ਕਿਹਦੇ ਨਾਲ? ਕਿਉਂਕਿ ਜਿਹਦੇ ਨਾਲ ਅਸੀਂ ਵੈਰ ਰੱਖਿਆ ਹੋਇਆ, ਜਿਹਦੇ ਨਾਲ ਈਰਖਾ ਕਰਦੇ ਆ, ਜਿਹਨੂੰ ਆਪਣਾ ਦੁਸ਼ਮਣ ਮੰਨ ਕੇ ਬੈਠੇ ਆ, ਜਿਹਦੇ ਨਾਲ ਵਿਤਕਰੇ ਕਰ ਰਹੇ ਆ, ਉਹਦੇ ਵਿੱਚ ਵੀ ਤੇ ਪਰਮੇਸ਼ਰ ਦੀ ਜੋਤ ਹੀ ਹੈ, ਉਹਦੇ ਵਿੱਚ ਵੀ ਤੇ ਪਰਮੇਸ਼ਰ ਆਪ ਹੀ ਬੈਠਾ ਹੋਇਆ ਹੈ। ਕਹਿੰਦੇ ਫਿਰ ਉਹਨਾਂ ਦੀ ਐਸੀ ਦ੍ਰਿਸ਼ਟੀ ਬਣ ਜਾਂਦੀ, ਕਿਸੇ ਨਾਲ ਵਿਤਕਰਾ ਨਹੀਂ, ਕਿਸੇ ਨਾਲ ਈਰਖਾ ਨਹੀਂ, ਕਿਸੇ ਨੂੰ ਕੌੜਾ ਨਹੀਂ ਬੋਲਦੇ। ਉਹ ਫਿਰ ਕੀ ਕਹਿੰਦੇ ਨੇ? ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਣ। ਦੂਰ ਪਰਾਇਓ ਮਨ ਕਾ ਬਿਰਹਾ, ਤਾ ਮੇਲ ਕੀਓ ਮੇਰੇ ਰਾਜਣ। ਉਹ ਕਹਿੰਦੇ ਹੁਣ ਅਸੀਂ ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਵੈਰ ਨਹੀਂ, ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਜਾਣ ਲਿਆ, ਸਾਰੇ ਸਾਡੇ ਮਿੱਤਰ ਨੇ, ਸਭਨਾਂ ਵਿੱਚ ਪਰਮੇਸ਼ਰ ਹੈ। ਕਹਿੰਦੇ ਜਦੋਂ ਐਸੀ ਦ੍ਰਿਸ਼ਟੀ ਬਣ ਜਾਂਦੀ, ਫਿਰ ਜੀ ਵੱਠੇ ਪੈਰ ਵਾਹਿਗੁਰੂ ਦਾ ਨਾਮ ਸਿਮਰਦਾ, ਨਾਮ। ਤੇ ਸਤਿਗੁਰੂ ਕਹਿੰਦੇ ਫਿਰ ਐਸਾ ਜੀਵ, ਉਹਦੀ ਦ੍ਰਿਸ਼ਟੀ ਬੜੀ ਪਿਆਰੀ ਬਣ ਜਾਂਦੀ। ਸੋ ਸਮਦਰਸ਼ੀ ਤਤ ਕਾ ਬੇਤਾ। ਸਮਦਰਸ਼ੀ ਦਾ ਭਾਵ ਹੈ ਸਾਰਿਆਂ ਨੂੰ ਇੱਕ ਸਮਾਨ ਜਾਣਨਾ, ਸਾਰਿਆਂ ਨੂੰ ਇੱਕ ਸਮਾਨ, ਇੱਕ ਨਜ਼ਰ ਨਾਲ ਵੇਖਣਾ ਸਾਰਿਆਂ ਨੂੰ। ਸਭਨਾਂ ਦੇ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਵੇਖਣਾ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਕਿਸੇ ਨਾਲ ਨਫ਼ਰਤ ਨਹੀਂ। ਤੇ ਐਸੀ ਦ੍ਰਿਸ਼ਟੀ ਜਿਨ੍ਹਾਂ ਦੀ ਬਣ ਜਾਂਦੀ ਹੈ, ਸੋ ਸਮਦਰਸ਼ੀ ਤਤ ਕਾ ਬੇਤਾ। ਤਤ ਬੇਤਾ ਤੋਂ ਭਾਵ ਹੈ ਉਹ ਰੱਬ ਦਾ ਮਹਿਰਮ ਬਣ ਜਾਂਦਾ ਹੈ, ਪਰਮੇਸ਼ਰ ਨੂੰ ਜਾਣਨ ਵਾਲਾ ਬਣ ਜਾਂਦਾ ਹੈ। ਤੇ ਜਿਹਨੂੰ ਸਮਝ ਪੈਂਦੀ ਹੈ ਉਹ ਸਾਰਿਆਂ ਦੇ ਵਿੱਚ ਰੱਬ ਜਾਣਦਿਆਂ ਹੋਇਆਂ ਸਾਰਿਆਂ ਦੀ ਸੇਵਾ ਕਰਦਾ ਹੈ।
ਤੇ ਮਹਾਰਾਜ ਇਸੇ ਕਰਕੇ ਕਹਿੰਦੇ ਨੇ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ। ਭਾਈ ਕਨ੍ਹਈਆ ਜੀ ਦਾ ਮਹਾਨ ਜੀਵਨ ਸਾਡੇ ਸਾਹਮਣੇ ਹੈ, ਜਿਨ੍ਹਾਂ ਦੀ ਸਮਦ੍ਰਿਸ਼ਟੀ ਬਣ ਗਈ, ਤਤ ਬੇਤੇ ਬਣ ਗਏ, ਤੇ ਸੰਗਤ ਦੀ ਐਸੀ ਅਸੀਸ ਉਹਨਾਂ ਨੂੰ ਮਿਲੀ। ਜੰਗ ਦੇ ਮੈਦਾਨ ਵਿੱਚ ਜਲ ਛਕਾਉਂਦੇ ਨੇ ਤੇ ਕਿਸੇ ਪ੍ਰਕਾਰ ਦੀ ਨਫ਼ਰਤ ਨਹੀਂ, ਈਰਖਾ ਨਹੀਂ, ਵੈਰ ਨਹੀਂ, ਵਿਰੋਧ ਨਹੀਂ। ਜਿਹੜਾ ਵੀ ਪਾਣੀ ਵਾਸਤੇ ਪੁਕਾਰਦਾ ਉਹਦੇ ਮੂੰਹ ਵਿੱਚ ਜਾ ਕੇ ਪਾਣੀ ਪਾਉਂਦੇ। ਕਦੇ ਨਹੀਂ ਵੇਖਿਆ ਵੀ ਇਹ ਸਿੱਖ ਹੈ ਜਾਂ ਕੋਈ ਗੈਰ ਹੈ। ਐਸੀ ਦ੍ਰਿਸ਼ਟੀ ਬਣ ਗਈ। ਇਹ ਕਿਰਪਾ ਸੰਗਤ ਵਿੱਚ ਆ ਕੇ ਹੋਈ। ਨਾ ਕੋਈ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਕਹਿੰਦੇ ਇਹ ਬੇਗਾਨੇ ਵਾਲੀ, ਵੈਰੀ ਵਾਲੀ ਜਿਹੜੀ ਭਾਵਨਾ ਸੀ ਅੰਦਰੋਂ ਖਤਮ ਹੋ ਗਈ। ਤੇ ਸਤਿਗੁਰੂ ਕਹਿੰਦੇ ਐਸਾ ਮਨੁੱਖ ਸਮਦਰਸ਼ੀ ਬਣ ਗਿਆ, ਤਤ ਬੇਤਾ ਬਣ ਗਿਆ। ਤਤ ਬੇਤਾ ਤੋਂ ਭਾਵ ਪਰਮੇਸ਼ਰ ਨੂੰ ਜਾਣਨ ਵਾਲਾ, ਸਮਝਣ ਵਾਲਾ। ਤੇ ਉਹਦੇ ਪਰਥਾਏ ਫਿਰ ਮਹਾਰਾਜ ਅਖੀਰ ਵਿੱਚ ਕਹਿੰਦੇ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਉਹ ਮਨੁੱਖ ਮਾਨੋ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ ਬਣ ਜਾਂਦਾ ਹੈ। ਹੁਣ ਸ੍ਰਿਸ਼ਟੀ ਨੂੰ ਜਿੱਤਣ ਤੋਂ ਭਾਵ ਇਹ ਨਹੀਂ ਕਿ ਉਹਨੇ ਕੋਈ ਫੌਜਾਂ ਇਕੱਠੀਆਂ ਕਰਕੇ, ਮਾਰ ਵੱਢ ਕਰਕੇ ਉਹਨੇ ਵੱਡਾ ਰਾਜ ਹਾਸਲ ਕਰ ਲਿਆ, ਨਹੀਂ। ਸ੍ਰਿਸ਼ਟੀ ਨੂੰ ਜਿੱਤਣ ਤੋਂ ਭਾਵ ਹੈ ਉਹ ਸਭਨਾਂ ਦਾ ਹਰਮਨ ਪਿਆਰਾ ਬਣ ਜਾਂਦਾ, ਸਭਨਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ। ਸਾਰੇ ਲੋਕ ਉਹਨੂੰ ਚੰਗਾ ਕਹਿੰਦੇ ਨੇ, ਉਹਦੀ ਸ਼ੋਭਾ ਕਰਦੇ ਨੇ। ਕਹਿੰਦੇ ਐਸਾ ਮਨੁੱਖ ਸ਼ੋਭਨੀਕ ਬਣ ਜਾਂਦਾ ਹੈ, ਚੰਗਾ ਬਣ ਜਾਂਦਾ ਹੈ। ਸਾਰੇ ਲੋਕ ਉਹਨੂੰ ਚੰਗਾ ਕਹਿੰਦੇ, ਉਹਦੀ ਸ਼ੋਭਾ ਕਰਦੇ, ਉਹਦੀ ਵਡਿਆਈ ਕਰਦੇ ਨੇ। ਜਿਹਨੇ ਸਭਨਾਂ ਦੇ ਵਿੱਚ ਵਸਿਆ ਹੋਇਆ ਪਰਮੇਸ਼ਰ ਜਾਣ ਲਿਆ। ਤੇ ਗੁਰੂ ਸਾਹਿਬ ਜੀ ਸਾਨੂੰ ਬਾਣੀ ਦੇ ਵਿੱਚ ਇਹੋ ਹੀ ਗੱਲ ਵਾਰ-ਵਾਰ ਸਮਝਾਉਂਦੇ ਨੇ। ਆਓ ਬਚਨ ਆਪਾਂ ਸਾਰੇ ਰਲ ਕੇ ਪੜ੍ਹੀਏ। ਦਾਸ ਅੱਗੇ ਅੱਗੇ ਪੜ੍ਹੇਗਾ, ਆਪ ਸਾਰੀ ਸੰਗਤ ਨੇ ਵੀ ਹਾਜ਼ਰੀ ਲਵਾਉਣੀ ਹੈ। ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਤਿਗੁਰੂ ਕਹਿੰਦੇ ਸਭਨਾਂ ਦੇ ਵਿੱਚ ਵਸਣ ਵਾਲਾ, ਸਾਰੇ ਜੀਵਾਂ ਦਾ ਖਸਮ ਮਾਲਕ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ। ਉਹੀ ਸਭਨਾਂ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ। ਇਸ ਕਰਕੇ ਸਦੀਵ ਇੱਕ ਦਿਨ ਨਾਲ ਜੁੜੀਏ, ਉਹਦੇ ਚਰਨਾਂ ਨਾਲ ਜੁੜਾਂਗੇ ਤੇ ਜੀਵਨ ਵਿੱਚ ਸਦੀਵ ਹੀ ਸੁਖ ਆਨੰਦ ਬਣਿਆ ਰਹੇਗਾ। ਇਸ ਕਰਕੇ ਆਓ ਗੁਰੂ ਕੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰੀਏ। ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ